ਪਾਠ 1 ਫਸਲ ਉਤਪਾਦਨ ਅਤੇ ਪ੍ਰਬੰਧਨ। ਫਸਟ ਕੁਐਸਚਨ ਹੈ, ਪੌਦਿਆਂ ਦੀ ਇੱਕੋ ਪ੍ਰਜਾਤੀ ਨੂੰ ਇੱਕੋ ਥਾਂ 'ਤੇ ਉਗਾਉਣ ਨੂੰ ਕੀ ਕਿਹਾ ਜਾਂਦਾ ਹੈ? ਫਸਲ। ਖਰੀਫ ਦੀਆਂ ਫਸਲਾਂ ਦਾ ਸਮਾਂ ਕੀ ਹੈ? ਜੂਨ ਤੋਂ ਸਤੰਬਰ। ਰਬੀ ਦੀਆਂ ਫਸਲਾਂ ਕਿਹੜੀ ਰੁੱਤ ਵਿੱਚ ਉਗਾਈਆਂ ਜਾਂਦੀਆਂ ਹਨ? ਸਰਦੀ। ਹੇਠ ਲਿਖਿਆਂ ਵਿੱਚੋਂ ਕਿਹੜੀ ਖੇਤੀ ਪੱਧਤੀ ਨਹੀਂ ਹੈ? ਢੋਆ ਢੁਆਈ। ਕੱਟੀ ਹੋਈ ਫਸਲ ਵਿੱਚੋਂ ਦਾਣਿਆਂ ਨੂੰ ਵੱਖ ਕਰਨ ਦੀ ਵਿਧੀ ਨੂੰ ਕੀ ਕਿਹਾ ਜਾਂਦਾ ਹੈ? ਗਹਾਈ। ਮਿੱਟੀ ਨੂੰ ਉਲਟਾਉਣ ਪਲਟਾਉਣ ਅਤੇ ਪੋਲਾ ਕਰਨ ਦੀ ਪ੍ਰਕਿਰਿਆ ਨੂੰ ਕੀ ਕਹਿੰਦੇ ਹਨ? ਹਲ ਵਾਹੁਣਾ। ਅਜਿਹਾ ਯੰਤਰ ਜੋ ਨਦੀਨ ਹਟਾਉਣ ਅਤੇ ਮਿੱਟੀ ਨੂੰ ਪੋਲਾ ਕਰਨ ਲਈ ਵਰਤਿਆ ਜਾਂਦਾ ਹੈ ਇਹਨੂੰ ਕੀ ਕਹਿੰਦੇ ਹਨ? ਕਰੰਡੀ। ਖੇਤੀਬਾੜੀ ਮਾਹਰ ਨੇ ਸਾਡੇ ਪਿੰਡ ਦੇ ਕਿਸਾਨ ਨੂੰ ਆਪਣੀ ਖੇਤੀ ਵਿੱਚ ਫਲੀਦਾਰ ਫਸਲ ਉਗਾਉਣ ਦੀ ਸਲਾਹ ਦਿੱਤੀ ਤਾਂ ਜੋ ਮਿੱਟੀ ਵਿੱਚ ਕਿਸੇ ਖਾਸ ਤੱਤ ਦੀ ਪੂਰਤੀ ਹੋ ਸਕੇ। ਇਹ ਖਾਸ ਤੱਤ ਕਿਹੜਾ ਹੋ ਸਕਦਾ ਹੈ? ਨਾਈਟ੍ਰੋਜਨ। ਰਾਹੁਲ ਦੇ ਰਿਸ਼ਤੇਦਾਰ ਰਾਜਸਥਾਨ ਵਿੱਚ ਰਹਿੰਦੇ ਹਨ ਜਿੱਥੇ ਵਰਖਾ ਘੱਟ ਹੁੰਦੀ ਹੈ। ਰਾਹੁਲ ਦੇ ਰਿਸ਼ਤੇਦਾਰ ਨੂੰ ਸਿੰਚਾਈ ਦਾ ਕਿਹੜਾ ਆਧੁਨਿਕ ਢੰਗ ਵਰਤਣਾ ਚਾਹੀਦਾ ਹੈ? ਤੁਪਕਾ ਪ੍ਰਣਾਲੀ। ਗੁਰਮੀਤ ਨੇ ਆਪਣੇ ਪਿਤਾ ਜੀ ਨੂੰ ਖੇਤ ਵਿੱਚ ਬੇਲੋੜੇ ਅਤੇ ਅਣਬੀਜੇ ਪੌਦਿਆਂ ਨੂੰ ਬਾਹਰ ਕੱਢਦੇ ਹੋਏ ਦੇਖਿਆ। ਅਜਿਹੇ ਪੌਦਿਆਂ ਨੂੰ ਕੀ ਕਹਿੰਦੇ ਹਨ? ਨਦੀਨ। ਹੇਠ ਲਿਖਿਆਂ ਵਿੱਚੋਂ ਕਿਹੜਾ ਕਥਨ ਰਸਾਇਣਿਕ ਖਾਦਾਂ ਲਈ ਸਹੀ ਨਹੀਂ ਹੈ? ਰਸਾਇਣਿਕ ਖਾਦਾਂ ਕਾਰਬਨਿਕ ਪਦਾਰਥਾਂ ਦੀ ਬਣੀਆਂ ਹੁੰਦੀਆਂ ਹਨ। ਰਸਾਇਣਿਕ ਖਾਦਾਂ ਫੈਕਟਰੀਆਂ ਵਿੱਚ ਤਿਆਰ ਕੀਤੀਆਂ ਜਾਂਦੀਆਂ ਹਨ। ਰਸਾਇਣਿਕ ਖਾਦਾਂ ਪੋਸ਼ਕ ਤੱਤ ਪ੍ਰਦਾਨ ਕਰਦੀਆਂ ਹਨ। ਰਸਾਇਣਿਕ ਖਾਦਾਂ ਮੁੱਖ ਤੌਰ 'ਤੇ ਨਾਈਟ੍ਰੋਜਨ, ਫਾਸਫੋਰਸ ਅਤੇ ਪੋਟਾਸ਼ੀਅਮ ਦੀਆਂ ਬਣੀਆਂ ਹੁੰਦੀਆਂ ਹਨ। ਤਾਂ ਜਿਹੜਾ ਫਸਟ ਆਪਸ਼ਨ ਹੈ ਉਹ ਕੀ ਹੈ? ਰਸਾਇਣਿਕ ਖਾਦਾਂ ਲਈ ਸਹੀ ਨਹੀਂ ਹੈ। 2,4-D ਇੱਕ ਡੈਸ਼ ਦੀ ਕਿਸਮ ਹੈ? ਨਦੀਨਨਾਸ਼ਕ। ਸਿੰਚਾਈ ਦੀ ਕੀ ਮਹੱਤਤਾ ਹੈ? ਬੀਜ ਦਾ ਪੁੰਗਰਨਾ ਸੰਭਵ ਕਰਨਾ, ਪਾਣੀ ਵਿੱਚ ਘੁਲੇ ਪੋਸ਼ਕ ਤੱਤਾਂ ਨੂੰ ਪੌਦੇ ਦੇ ਹਰੇਕ ਅੰਗ ਤੱਕ ਪਹੁੰਚਾਉਣਾ, ਫਸਲ ਨੂੰ ਠੰਡੀਆਂ ਅਤੇ ਗਰਮ ਹਵਾਵਾਂ ਸਮੇਂ ਬਚਾ ਕੇ ਰੱਖਣਾ। ਉਪਰੋਕਤ ਸਾਰੇ। ਮਿੱਟੀ ਦੀ ਉਪਜਾਊ ਸ਼ਕਤੀ ਕੁਦਰਤੀ ਤੌਰ 'ਤੇ ਬਣਾਈ ਰੱਖਣ ਲਈ ਕਿਹੜਾ ਤਰੀਕਾ ਜ਼ਿਆਦਾ ਕਾਰਗਰ ਹੋ ਸਕਦਾ ਹੈ? ਫਸਲੀ ਚੱਕਰ। ਰਸਾਇਣਿਕ ਖਾਦਾਂ ਦੀ ਜ਼ਿਆਦਾ ਵਰਤੋਂ ਨਾਲ ਕੀ ਹੁੰਦਾ ਹੈ? ਫਸਲ ਦੀ ਜ਼ਿਆਦਾ ਪੈਦਾਵਾਰ, ਮਿੱਟੀ ਦੀ ਉਪਜਾਊ ਸ਼ਕਤੀ ਵਿੱਚ ਘਾਟਾ, ਪਾਣੀ ਦਾ ਪ੍ਰਦੂਸ਼ਣ। ਉਪਰੋਕਤ ਸਾਰੇ। ਹੇਠ ਲਿਖੇ ਪਦਾਰਥਾਂ ਵਿੱਚੋਂ ਕਿਸ ਵਿੱਚ ਵਿਸ਼ੇਸ਼ ਪੋਸ਼ਕ ਤੱਤ ਜ਼ਿਆਦਾ ਮਾਤਰਾ ਵਿੱਚ ਮੌਜੂਦ ਹੁੰਦੇ ਹਨ? ਰਸਾਇਣਿਕ ਖਾਦ। ਚਿੱਤਰ ਵਿੱਚ ਸਿੰਚਾਈ ਦੀ ਕਿਹੜੀ ਪ੍ਰਣਾਲੀ ਦਿਖਾਈ ਗਈ ਹੈ? ਫੁਹਾਰਾ ਪ੍ਰਣਾਲੀ। ਖੇਤ ਵਿੱਚ ਫਸਲ ਦੇ ਨਾਲ ਫਾਲਤੂ ਉੱਗੇ ਪੌਦਿਆਂ ਨੂੰ ਕੀ ਕਹਿੰਦੇ ਹਨ? ਨਿਦੀਨ। ਫਸਲਾਂ ਦੀ ਵਾਢੀ ਕਰਨ ਲਈ ਮਸ਼ੀਨ ਨੂੰ ਕੀ ਕਿਹਾ ਜਾਂਦਾ ਹੈ? ਰੀਪਰ। ਸਲੀਮ ਦੀ ਮਾਤਾ ਜੀ ਨੇ ਕੁਝ ਬੀਜ ਇੱਕ ਬਰਤਨ ਵਿੱਚ ਪਾ ਕੇ ਉਸ ਨੂੰ ਪਾਣੀ ਨਾਲ ਭਰ ਦਿੱਤਾ। ਕੁਝ ਦੇਰ ਬਾਅਦ ਕੁਝ ਬੀਜ ਪਾਣੀ ਉੱਪਰ ਤੈਰਨ ਲੱਗ ਪਏ। ਇਸ ਦਾ ਕੀ ਕਾਰਨ ਹੋ ਸਕਦਾ ਹੈ? ਬੀਜ ਖਰਾਬ ਹਨ, ਬੀਜ ਸਿਹਤਮੰਦ ਹਨ। ਕੁਝ ਬੀਜ ਸਿਹਤਮੰਦ ਅਤੇ ਕੁਝ ਖਰਾਬ ਹਨ। ਊੜਾ ਅਤੇ ਐੜਾ ਦੋਵੇਂ ਸਹੀ ਹਨ। ਤਾਂ ਇਹਦਾ ਸਹੀ ਉੱਤਰ ਕੀ ਹੈ? ਈੜੀ। ਕੁਝ ਬੀਜ ਸਿਹਤਮੰਦ ਅਤੇ ਕੁਝ ਖਰਾਬ ਹਨ। ਪਾਠ 2 ਸੂਖਮ ਜੀਵ ਮਿੱਤਰ ਅਤੇ ਦੁਸ਼ਮਣ। ਫਸਟ ਕੁਐਸਚਨ, ਸੂਖਮ ਜੀਵਾਂ ਨੂੰ ਕਿੰਨੀਆਂ ਮੁੱਖ ਸ਼੍ਰੇਣੀਆਂ ਵਿੱਚ ਵੰਡਿਆ ਜਾ ਸਕਦਾ ਹੈ? 4। ਸੂਖਮ ਵਸਤੂਆਂ ਨੂੰ ਵੱਡਾ ਕਰਕੇ ਸਪਸ਼ਟ ਦੇਖਣ ਲਈ ਕਿਸ ਯੰਤਰ ਦੀ ਵਰਤੋਂ ਕੀਤੀ ਜਾਂਦੀ ਹੈ? ਮਾਈਕਰੋਸਕੋਪ। ਸੂਖਮ ਜੀਵ ਸਾਡੇ ਮਿੱਤਰ ਹਨ ਜਾਂ ਕਿ ਦੁਸ਼ਮਣ? ਸਹੀ ਉੱਤਰ ਚੁਣੋ। ਮਿੱਤਰ ਅਤੇ ਦੁਸ਼ਮਣ ਦੋਵੇਂ। ਉਹ ਕਿਹੜਾ ਜੀਵਾਣੂ ਹੈ ਜੋ ਦੁੱਧ ਤੋਂ ਦਹੀਂ ਬਣਾਉਣ ਵਿੱਚ ਮਦਦ ਕਰਦਾ ਹੈ? ਲੈਕਟੋਬੈਸਿਲਸ। ਕਿਹੜੇ ਸੂਖਮ ਜੀਵ ਆਪਣੇ ਮੇਜ਼ਬਾਨ ਜੀਵ ਦੇ ਸੈੱਲਾਂ ਅੰਦਰ ਪਹੁੰਚ ਕੇ ਹੀ ਜਨਨ ਕਿਰਿਆ ਕਰਦੇ ਹਨ? ਵਿਸ਼ਾਣੂ। ਹੈਜ਼ਾ ਅਤੇ ਮਲੇਰੀਆ ਰੋਗ ਕਿਸ ਸੂਖਮ ਜੀਵ ਦੁਆਰਾ ਫੈਲਦੇ ਹਨ? ਪ੍ਰੋਟੋਜੋਆ। ਕਿਹੜੇ ਸੂਖਮ ਜੀਵ ਟਾਈਫਾਈਡ ਅਤੇ ਟੀਬੀ ਫੈਲਾਉਂਦੇ ਹਨ? ਜੀਵਾਣੂ। ਕਿਹੜੇ ਸੂਖਮ ਜੀਵ ਸਮੂਹ ਬਣਾ ਕੇ ਰਹਿੰਦੇ ਹਨ? ਉੱਲੀਆਂ ਅਤੇ ਜੀਵਾਣੂ।
ਕਿਹੜੇ ਸੂਖਮ ਜੀਵ ਇਕੱਲੇ ਰਹਿ ਸਕਦੇ ਹਨ? ਅਮੀਬਾ। ਖਮੀਰ ਦੀ ਵਰਤੋਂ ਹੇਠ ਲਿਖਿਆਂ ਵਿੱਚੋਂ ਕਿਸ ਦੀ ਤਿਆਰੀ ਲਈ ਕੀਤੀ ਜਾਂਦੀ ਹੈ? ਸਹੀ ਉੱਤਰ ਹੈ ਸ਼ਰਾਬ। ਹੇਠ ਲਿਖਿਆਂ ਵਿੱਚੋਂ ਕਿਹੜੀ ਪ੍ਰਤੀਜੈਵਿਕ ਦਵਾਈ ਨਹੀਂ ਹੈ? ਸਟ੍ਰੈਪਟੋਮਾਈਸਿਨ, ਟੈਟਰਾਸਾਈਕਲਿਨ, ਅਰੀਥਰੋਮਾਈਸਿਨ। ਉਪਰੁਕਤ ਕੋਈ ਨਹੀਂ। ਤਾਂ ਇਸ ਦਾ ਸਹੀ ਆਨਸਰ ਹੈ ਉਪਰੁਕਤ ਕੋਈ ਨਹੀਂ, ਯਾਨੀ ਕਿ ਇਹ ਤਿੰਨੋਂ ਹੀ ਪ੍ਰਤੀਜੈਵਿਕ ਦਵਾਈਆਂ ਹਨ। ਬ੍ਰੈਡ ਬਣਾਉਣ ਸਮੇਂ ਕਿਹੜੀ ਗੈਸ ਨਿਕਲਦੀ ਹੈ? ਕਾਰਬਨ ਡਾਈਆਕਸਾਈਡ। ਰੋਗਜਨਕ ਸੂਖਮ ਜੀਵਾਂ ਬਾਰੇ ਹੇਠ ਲਿਖੇ ਕਥਨਾਂ ਵਿੱਚੋਂ ਕਿਹੜਾ ਕਥਨ ਸਹੀ ਹੈ? ਇਹ ਬਿਮਾਰੀ ਫੈਲਾਉਂਦੇ ਹਨ। ਇਹ ਲਾਗ ਦੇ ਰੋਗ ਦਾ ਕਾਰਨ ਹਨ। ਇਹ ਪੀਣ ਵਾਲੇ ਪਾਣੀ ਦੁਆਰਾ ਸਾਡੇ ਅੰਦਰ ਦਾਖਲ ਹੁੰਦੇ ਹਨ। ਉਪਰੋਕਤ ਸਾਰੇ। ਹੇਠ ਲਿਖਿਆਂ ਵਿੱਚੋਂ ਛੂਤ ਦੇ ਰੋਗਾਂ ਦਾ ਆਮ ਵਾਹਕ ਕਿਹੜਾ ਹੈ? ਘਰੇਲੂ ਮੱਖੀ। ਸਿਟਰਸ ਕੈਂਕਰ ਰੋਗ ਕਿਸ ਸੂਖਮ ਜੀਵ ਦੁਆਰਾ ਹੁੰਦਾ ਹੈ? ਜੀਵਾਣੂ। ਕਿਹੜਾ ਸੂਖਮ ਜੀਵ ਕਣਕ ਦੀ ਕੁੰਗੀ ਦਾ ਕਾਰਨ ਹੁੰਦਾ ਹੈ? ਉੱਲੀ। ਪ੍ਰੋਟੀਨ, ਕਲੋਰੋਫਿਲ, ਨਿਊਕਲਿਕ ਐਸਿਡ ਅਤੇ ਵਿਟਾਮਿਨਾਂ ਵਿੱਚ ਕਿਹੜਾ ਜ਼ਰੂਰੀ ਤੱਤ ਹੈ? ਨਾਈਟ੍ਰੋਜਨ। ਖੁੰਭਾਂ ਸੂਖਮ ਜੀਵ ਦੀ ਕਿਸ ਸ਼੍ਰੇਣੀ ਨਾਲ ਸੰਬੰਧਿਤ ਹਨ? ਉੱਲੀ। ਹੇਠ ਲਿਖਿਆਂ ਵਿੱਚੋਂ ਕਿਹੜਾ ਲਾਗ ਦਾ ਰੋਗ ਨਹੀਂ ਹੈ? ਮਲੇਰੀਆ। ਹੇਠ ਲਿਖਿਆਂ ਵਿੱਚੋਂ ਕਿਹੜਾ ਕੁਦਰਤੀ ਵਰਤਾਰਾ ਨਾਈਟ੍ਰੋਜਨ ਦੇ ਸਥਿਰੀਕਰਨ ਵਿੱਚ ਮਦਦ ਕਰਦਾ ਹੈ? ਆਕਾਸ਼ੀ ਬਿਜਲੀ। ਪਾਠ ਨੰਬਰ 3 ਸੰਸ਼ਲਿਸ਼ਟ ਰੇਸ਼ੇ ਅਤੇ ਪਲਾਸਟਿਕ। ਫਸਟ ਕੁਐਸਚਨ ਹੈ, ਰੇਸ਼ਿਆਂ ਦੀਆਂ ਬਹੁਤ ਸਾਰੀਆਂ ਛੋਟੀਆਂ ਇਕਾਈਆਂ ਨੂੰ ਜੋੜ ਕੇ ਬਣੀ ਇਕਾਈ ਕੀ ਅਖਵਾਉਂਦੀ ਹੈ? ਬੋਲਕ। ਜਿਸ ਪਲਾਸਟਿਕ ਦੀ ਕਿਸਮ ਨੂੰ ਗਰਮ ਕਰਕੇ ਨਰਮ ਨਹੀਂ ਕੀਤਾ ਜਾ ਸਕਦਾ ਕੀ ਅਖਵਾਉਂਦੀ ਹੈ? ਥਰਮੋਸੈਟਿੰਗ ਪਲਾਸਟਿਕ। ਪੋਲੀਥੀਨ ਵਿੱਚ ਪੋਲੀ ਸ਼ਬਦ ਤੋਂ ਕੀ ਭਾਵ ਹੈ? ਬਹੁਤ ਸਾਰੇ। 4R ਦੇ ਸਿਧਾਂਤ ਵਿੱਚ ਕੀ ਨਹੀਂ ਹੈ? ਰਿਡਿਊਸ, ਰਿਪੇਅਰ, ਰੀਯੂਜ਼, ਰਿਕਵਰ। ਤਾਂ ਰਿਕਵਰ 4R ਦੇ ਸਿਧਾਂਤ ਵਿੱਚ ਨਹੀਂ ਹੁੰਦਾ, ਇਹਦੀ ਜਗ੍ਹਾ ਹੁੰਦਾ ਰੀਸਾਈਕਲ। ਇਹਨਾਂ ਵਿੱਚੋਂ ਕਿਹੜਾ ਕੁਦਰਤੀ ਰੇਸ਼ਾ ਹੈ? ਕਪਾਹ। ਥਰਮੋਪਲਾਸਟਿਕ ਬਿਜਲੀ ਦਾ ਡੈਸ਼ ਹੈ? ਕੁਚਾਲਕ। ਨਵਕਿਰਨ ਨੂੰ ਅੱਜ ਸਕੂਲ ਵਿੱਚ ਕੁਦਰਤੀ ਰੇਸ਼ਿਆਂ ਬਾਰੇ ਜਾਣਕਾਰੀ ਦਿੱਤੀ ਗਈ। ਨਵਕਿਰਨ ਕਿਵੇਂ ਪਤਾ ਕਰੇਗੀ ਕਿ ਦਿੱਤੇ ਗਏ ਰੇਸ਼ੇ ਕੁਦਰਤੀ ਹਨ? ਰੇਸ਼ਿਆਂ ਨੂੰ ਜਲਾ ਕੇ। ਜਿਹੜੇ ਬਣਾਉਟੀ ਰੇਸ਼ੇ ਹੁੰਦੇ ਹਨ ਉਹ ਪਲਾਸਟਿਕ ਦੀ ਤਰ੍ਹਾਂ ਜਲਦੇ ਹਨ। ਹਰਪ੍ਰੀਤ ਕੋਲ 2 ਕਮੀਜ਼ਾਂ ਹਨ, ਇੱਕ ਰੇਸ਼ਮੀ ਅਤੇ ਇੱਕ ਸੂਤੀ। ਪਾਣੀ ਵਿੱਚ ਪਾਉਣ 'ਤੇ ਕਿਹੜੀ ਕਮੀਜ਼ ਵੱਧ ਪਾਣੀ ਸੋਖੇਗੀ? ਸੂਤੀ। ਅੱਜ ਕਲਾਸ ਵਿੱਚ ਪੜ੍ਹਾਈ ਦੌਰਾਨ ਮਨਦੀਪ ਨੂੰ ਪਤਾ ਲੱਗਾ ਕਿ ਇੱਕ ਅਜਿਹਾ ਪਲਾਸਟਿਕ ਹੈ ਜੋ ਗਰਮ ਕਰਨ 'ਤੇ ਆਪਣਾ ਰੂਪ ਬਦਲ ਲੈਂਦਾ ਹੈ। ਉਸ ਪਦਾਰਥ ਨੂੰ ਕੀ ਕਹਿੰਦੇ ਹਨ? ਥਰਮੋਪਲਾਸਟਿਕ। ਵਰਿੰਦਰ ਨੇ ਸ਼ਹਿਰ ਵਿੱਚ ਇੱਕ ਬੋਰਡ ਵੇਖਿਆ ਜਿਸ 'ਤੇ ਪਲਾਸਟਿਕ ਮੁਕਤ ਸ਼ਹਿਰ ਲਿਖਿਆ ਹੋਇਆ ਸੀ। ਪਲਾਸਟਿਕ ਵਾਤਾਵਰਣ ਲਈ ਘਾਤਕ ਕਿਉਂ ਹੈ? ਪਲਾਸਟਿਕ ਜੈਵ ਵਿਘਟਨਸ਼ੀਲ ਹੁੰਦਾ ਹੈ। ਪਲਾਸਟਿਕ ਮਜ਼ਬੂਤ ਨਹੀਂ ਹੁੰਦਾ। ਪਲਾਸਟਿਕ ਜੈਵ ਅਵਿਘਟਨਸ਼ੀਲ ਹੈ। ਉਪਰੋਕਤ ਸਾਰੇ। ਤਾਂ ਇਹਦਾ ਸਹੀ ਆਨਸਰ ਕੀ ਹੈ? ਪਲਾਸਟਿਕ ਜੈਵ ਅਵਿਘਟਨਸ਼ੀਲ ਹੈ। ਇਸ ਦਾ ਕੀ ਮਤਲਬ ਹੈ ਕਿ ਸੂਖਮ ਜੀਵਾਂ ਦੁਆਰਾ ਪਲਾਸਟਿਕ ਦਾ ਅਪਘਟਨ ਨਹੀਂ ਹੋ ਸਕਦਾ। ਨੈਕਸਟ ਹੈ, ਅਮਨਦੀਪ ਦੇ ਮਾਤਾ ਜੀ ਅਚਾਰ ਪਾਉਣ ਲਈ ਪਲਾਸਟਿਕ ਦੀ ਬਰਤਨ ਵਰਤੋਂ ਵਿੱਚ ਲੈਂਦੇ ਹਨ। ਅਜਿਹਾ ਕਿਉਂ ਕੀਤਾ ਜਾਂਦਾ ਹੈ? ਪਲਾਸਟਿਕ ਦੇ ਬਰਤਨ ਸਸਤੇ ਹੁੰਦੇ ਹਨ। ਪਲਾਸਟਿਕ ਦੇ ਬਰਤਨ ਹਵਾ ਨਾਲ ਕਿਰਿਆ ਨਹੀਂ ਕਰਦੇ। ਪਲਾਸਟਿਕ ਵਰਤੋਂ ਵਿੱਚ ਆਸਾਨ ਹੈ। ਉਪਰੋਕਤ ਸਾਰੇ। ਬਲਕਰਨ ਨੇ ਕੁਦਰਤੀ ਅਤੇ ਬਣਾਉਟੀ ਰੇਸ਼ਿਆਂ ਦੀ ਪਰਖ ਕਰਦੇ ਸਮੇਂ ਅਧਿਆਪਕ ਵੱਲੋਂ ਦਿੱਤੇ ਰੇਸ਼ੇ ਦੇ ਨਮੂਨੇ ਨੂੰ ਜਦੋਂ ਅੱਗ ਨਾਲ ਜਲਾ ਕੇ ਦੇਖਿਆ ਤਾਂ ਨਮੂਨਾ ਹੌਲੀ-ਹੌਲੀ ਜਲਣ ਤੋਂ ਬਾਅਦ ਸੁੰਗੜ ਕੇ ਇੱਕ ਠੋਸ ਗੋਲਾ ਬਣ ਗਿਆ। ਇਹ ਰੇਸ਼ਾ ਕਿਹੜਾ ਹੈ? ਨਾਈਲੋਨ।
ਅਧਿਆਪਕ ਨੇ ਦੱਸਿਆ ਕਿ ਜਦ ਛੋਟੀਆਂ-ਛੋਟੀਆਂ ਇਕਾਈਆਂ ਆਪਸ ਵਿੱਚ ਬੰਧਨ ਬਣਾਉਂਦੀਆਂ ਹਨ ਤਾਂ ਉਸ ਨੂੰ ਡੈਸ਼ ਕਹਿੰਦੇ ਹਨ। ਬੋਲਕ। ਉਹ ਕਿਹੜਾ ਰੇਸ਼ਾ ਹੈ ਜਿਸ ਦੇ ਗੁਣ ਰੇਸ਼ਮ ਵਰਗੇ ਹੁੰਦੇ ਹਨ? ਰੇਯੋਨ। ਮੈਲਾਮਾਈਨ ਇੱਕ ਡੈਸ਼ ਪਲਾਸਟਿਕ ਹੈ। ਥਰਮੋਸੈਟਿੰਗ। ਸਰਬਜੀਤ ਨੇ ਗਰਮੀਆਂ ਦੀ ਰੁੱਤ ਵਿੱਚ ਪਹਿਨਣ ਲਈ ਕੁਝ ਕਮੀਜ਼ਾਂ ਖਰੀਦੀਆਂ। ਤੁਸੀਂ ਉਸ ਨੂੰ ਹੇਠ ਲਿਖਿਆਂ ਵਿੱਚੋਂ ਕਿਹੜੀਆਂ ਕਮੀਜ਼ਾਂ ਖਰੀਦਣ ਦੀ ਸਲਾਹ ਦੇਵੋਗੇ? ਸੂਤੀ, ਕਿਉਂਕਿ ਗਰਮੀਆਂ ਵਿੱਚ ਸੂਤੀ ਕਮੀਜ਼ਾਂ ਜ਼ਿਆਦਾ ਪਸੀਨਾ ਸੋਖਦੀਆਂ ਹਨ। ਮੀਰਾ ਦੀ ਮਾਂ ਨੇ ਮੀਰਾ ਨੂੰ ਦੱਸਿਆ ਕਿ ਖਾਣਾ ਬਣਾਉਣ ਦੇ ਸਮੇਂ ਸੰਸ਼ਲਿਸ਼ਟ ਰੇਸ਼ਿਆਂ ਤੋਂ ਬਣੇ ਕੱਪੜੇ ਨਹੀਂ ਪਹਿਨਣੇ ਚਾਹੀਦੇ। ਇਹ ਮਹਿੰਗੇ ਹੁੰਦੇ ਹਨ, ਇਹ ਧੋਣੇ ਔਖੇ ਹਨ, ਇਹਨਾਂ ਨੂੰ ਅੱਗ ਕੋਲ ਪਹਿਨਣਾ ਖਤਰਨਾਕ ਹੈ। ਇਹਨਾਂ ਵਿੱਚੋਂ ਕੋਈ ਨਹੀਂ। ਸਹੀ ਆਨਸਰ ਕੀ ਹੈ? ਇਹਨਾਂ ਨੂੰ ਅੱਗ ਕੋਲ ਪਹਿਨਣਾ ਖਤਰਨਾਕ ਹੈ। ਕਪਾਹ ਇੱਕ ਬੋਲਕ ਹੈ ਜੋ ਡੈਸ਼ ਦਾ ਬਣਿਆ ਹੈ। ਸੈਲੂਲੋਜ। ਰੇਯੋਨ ਜਾਂ ਬਨਾਵਟੀ ਰੇਸ਼ਮ ਦਾ ਕੁਦਰਤੀ ਸਰੋਤ ਕੀ ਹੈ? ਲੱਕੜ ਦੀ ਪਲਪ। ਉੱਨ ਵਰਗੇ ਸੰਸ਼ਲਿਸ਼ਟ ਰੇਸ਼ੇ ਨੂੰ ਕੀ ਕਿਹਾ ਜਾਂਦਾ ਹੈ? ਐਕ੍ਰੈਲਿਕ। ਸਾਰੇ ਸੰਸ਼ਲਿਸ਼ਟ ਰੇਸ਼ਿਆਂ ਦਾ ਮੂਲ ਸਰੋਤ ਕੀ ਹੈ? ਪੈਟਰੋਲੀਅਮ ਮੂਲ ਦੇ ਕੱਚੇ ਪਦਾਰਥ, ਪੈਟਰੋ ਰਸਾਇਣ। ਉਪਰੋਕਤ ਦੋਵੇਂ। ਉਪਰੋਕਤ ਵਿੱਚੋਂ ਕੋਈ ਨਹੀਂ, ਤਾਂ ਇਹਦਾ ਆਨਸਰ ਹੈ ਉਪਰੋਕਤ ਦੋਵੇਂ।